ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਹਾਂਜੀ, ਅੱਜ ਆਪਾਂ ਕੈਮਿਸਟਰੀ ਦੀ ਜੋ ਸੀਰੀਜ਼ ਹੈ ਉਸ ਨੂੰ ਕੰਟੀਨਿਊ ਕਰਾਂਗੇ ਜੋ ਤੁਹਾਡੇ ਮਾਸਟਰ ਕੈਰੀਅਰ ਐਗਜ਼ਾਮ ਦੇ ਲਈ ਮੋਸਟ ਇੰਪੋਰਟੈਂਟ ਰਹਿਣ ਵਾਲੀ ਹੈ। ਤੁਸੀਂ ਨਾਲ ਦੀ ਨਾਲ ਜਿੰਨਾ ਵੀ ਆਪਾਂ ਕੰਮ ਕੀਤਾ ਉਸ ਨੂੰ ਰਿਵਾਈਜ਼ ਕਰਦੇ ਰਿਹਾ ਕਰੋ ਸੋ ਦੈਟ ਤੁਹਾਡੀ ਪ੍ਰੀਪਰੇਸ਼ਨ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ। ਐਜ਼ ਪਰ ਯੂਅਰ ਵੋਟਿੰਗ ਅੱਜ ਆਪਾਂ ਚੈਪਟਰ ਸਟਾਰਟ ਕਰਾਂਗੇ ਕੈਮੀਕਲ ਕਾਈਨੈਟਿਕਸ ਦਾ ਪਾਰਟ 1 ਰਹੇਗਾ ਇਹ। ਅਗਰ ਆਪਾਂ ਗੱਲ ਕਰੀਏ ਇਸ ਦੇ ਵਿੱਚ ਆਪਾਂ ਹਰ ਟੌਪਿਕ ਨੂੰ ਡਿਸਕਸ ਕਰਾਂਗੇ ਜੋ ਤੁਹਾਡੇ ਸਿਲੇਬਸ ਦੇ ਵਿੱਚ ਕੀ ਹੋਏਗਾ ਮੈਂਸ਼ਨ ਹੋਏਗਾ। ਕਲੀਅਰ ਹੈ ਜੀ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਇੰਟਰੋਡਕਸ਼ਨ ਦੀ ਕਿ ਕੈਮੀਕਲ ਕਾਈਨੈਟਿਕਸ ਕਿਸ ਨਾਲ ਡੀਲ ਕਰਦਾ ਤਾਂ ਇੰਟਰੋਡਕਸ਼ਨ ਦੇ ਵਿੱਚ ਦੇਖਦੇ ਦੇਖੋ ਜੋ ਕੈਮੀਕਲ ਕਾਈਨੈਟਿਕਸ ਹੈ। ਦੇਖੋ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਕੈਮੀਕਲ ਦਾ ਮਤਲਬ ਹੈ ਕੈਮੀਕਲ ਰਿਐਕਸ਼ਨਸ ਹੋਣਾ। ਜਸਟ ਅ ਸੈਕਿੰਡ। ਹਾਂਜੀ, ਕੈਮੀਕਲ ਦਾ ਮਤਲਬ ਕੀ ਹੈ ਆਪਣੇ ਕੋਲ ਕੈਮੀਕਲ ਰਿਐਕਸ਼ਨਸ ਹੋਣਾ। ਐਂਡ ਕਾਈਨੈਟਿਕਸ ਦਾ ਮਤਲਬ ਹੈ ਕਿਸ ਸਪੀਡ ਨਾਲ ਹੋਣਾ, ਕਿਸ ਸਪੀਡ ਨਾਲ ਹੋਣਾ, ਕਿਸ ਰੇਟ ਨਾਲ ਹੋਣਾ। ਕਲੀਅਰ। ਇਹਨਾਂ ਦੋਨਾਂ ਤੋਂ ਅਗਰ ਆਪਾਂ ਗੱਲ ਕਰੀਏ ਕੀ ਕਰਦੀ ਹੈ ਡਿਪੈਂਡ ਕਰਦੀ ਹੈ ਆਪਣੇ ਕੋਲ ਕੈਮੀਕਲ ਕਾਈਨੈਟਿਕਸ ਮੀਨਸ ਇਹ ਬ੍ਰਾਂਚ ਹੈ ਕੈਮਿਸਟਰੀ ਦੀ ਕਿ ਆਪਣੇ ਕੋਲ ਬ੍ਰਾਂਚ ਆਫ ਕੈਮਿਸਟਰੀ ਹੈ, ਬ੍ਰਾਂਚ ਆਫ ਕੈਮਿਸਟਰੀ ਜੋ ਕਿਸ ਨਾਲ ਡੀਲ ਕਰਦੀ ਹੈ ਰੇਟ ਆਫ ਰਿਐਕਸ਼ਨ ਨਾਲ। ਰੇਟ ਆਫ ਰਿਐਕਸ਼ਨ, ਰੇਟ ਆਫ ਰਿਐਕਸ਼ਨ। ਕਲੀਅਰ। ਦੇਖੋ ਰੇਟ ਆਫ ਰਿਐਕਸ਼ਨ ਦਾ ਕੀ ਮਤਲਬ ਹੈ ਜਦੋਂ ਆਪਾਂ ਕੀ ਹੈ ਰਿਐਕਟੈਂਟ ਟੂ ਪ੍ਰੋਡਕਟ ਜਾਂਦੇ ਹਾਂ ਮੀਨਸ ਜਦੋਂ ਆਪਾਂ ਦੋ ਰਿਐਕਟੈਂਟਸ ਟੂ ਪ੍ਰੋਡਕਟ ਫਾਰਮ ਕਰਦੇ ਹਾਂ ਤਾਂ ਉਸਦੀ ਸਪੀਡ ਕਿੱਦਾਂ ਦੀ ਹੁੰਦੀ ਹੈ, ਸਪੀਡ ਕਿੱਦਾਂ ਦੀ ਹੁੰਦੀ ਹੈ, ਕੀ ਉਹਨਾਂ 'ਚ ਚੇਂਜ ਆਉਂਦਾ ਹੈ। ਮਤਲਬ ਇਹ ਸਾਰਾ ਕੁਝ ਕਿਸ ਦੇ ਵਿੱਚ ਆ ਜਾਏਗਾ ਰੇਟ ਆਫ ਰਿਐਕਸ਼ਨ ਦੇ ਵਿੱਚ, ਕੈਮੀਕਲ ਕਾਈਨੈਟਿਕਸ ਦੇ ਵਿੱਚ ਆ ਜਾਏਗਾ ਕਿ ਜਦੋਂ ਰਿਐਕਟੈਂਟਸ ਮਿਲਦੇ ਆ ਪ੍ਰੋਡਕਟ ਫਾਰਮ ਹੁੰਦਾ ਤਾਂ ਉਹਨਾਂ ਦੀ ਕਿਸ ਤਰ੍ਹਾਂ ਦੀ ਕੀ ਹੁੰਦੀ ਹੈ ਸਪੀਡ ਹੁੰਦੀ ਹੈ, ਤਾਂ ਸਲੋ ਹੁੰਦੀ ਹੈ, ਫਾਸਟ ਹੁੰਦੀ ਹੈ, ਕੰਸਨਟ੍ਰੇਸ਼ਨ 'ਤੇ ਡਿਪੈਂਡ ਕਰਦੀ ਹੈ। ਸਭ ਚੀਜ਼ਾਂ ਨੂੰ ਇਸ ਦੇ ਵਿੱਚ ਕੀ ਕਰਾਂਗੇ ਡਿਸਕਸ ਕਰਾਂਗੇ। ਕਲੀਅਰ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਰੇਟ ਆਫ ਰਿਐਕਸ਼ਨ ਦੀ। ਰੇਟ ਆਫ ਰਿਐਕਸ਼ਨ, ਰੇਟ ਆਫ ਰਿਐਕਸ਼ਨ। ਦੇਖੋ ਰੇਟ ਦਾ ਮਤਲਬ ਕੀ ਹੈ, ਰੇਟ ਦਾ ਮਤਲਬ ਹੈ ਸਪੀਡ ਤੋਂ ਕਿ ਸਪੀਡ ਕਿੱਦਾਂ ਦੀ ਹੈ, ਫਾਸਟ ਹੋ ਰਹੀ ਹੈ ਰਿਐਕਸ਼ਨ ਜਾਂ ਸਲੋ ਹੋ ਰਹੀ ਹੈ। ਕਲੀਅਰ। ਇਹਨਾਂ ਦੋ ਰੇਟ ਤੋਂ ਮਤਲਬ ਹੀ ਇਹੀ ਹੈ ਕਿ ਆਪਣਾ ਜੋ ਰਿਐਕਸ਼ਨ ਹੈ ਉਹ ਕਿਸ ਤਰ੍ਹਾਂ ਨਾਲ ਹੋ ਰਹੀ ਹੈ, ਸਪੀਡ ਉਹਨਾਂ ਦੀ ਕਿਸ ਤਰ੍ਹਾਂ ਨਾਲ ਹੈ। ਠੀਕ ਹੈ ਜੀ। ਅਗਰ ਆਪਾਂ ਗੱਲ ਕਰੀਏ ਇਹ ਦੋ ਚੀਜ਼ਾਂ 'ਤੇ ਇਫੈਕਟ ਕਰਦੀ ਹੈ ਮੀਨਸ ਕੌਨਸਨਟ੍ਰੇਸ਼ਨ 'ਤੇ, ਚੇਂਜ ਇਨ ਕੌਨਸਨਟ੍ਰੇਸ਼ਨ 'ਤੇ ਕੀ ਕਰਦੀ ਹੈ ਇਫੈਕਟ ਡਿਪੈਂਡ ਕਰਦੀ ਹੈ। ਚੇਂਜ ਇਨ ਕੌਨਸਨਟ੍ਰੇਸ਼ਨ 'ਤੇ ਕੀ ਕਰਦੀ ਹੈ ਆਪਣੇ ਕੋਲ ਡਿਪੈਂਡ ਕਰਦੀ ਹੈ। ਕਲੀਅਰ। ਅਗਰ ਆਪਾਂ ਗੱਲ ਕਰੀਏ ਦੇਖੋ ਜੋ ਰੇਟ ਆਫ ਚੇਂਜ ਆਫ ਕੌਨਸਨਟ੍ਰੇਸ਼ਨ ਹੈ ਜਦੋਂ ਕੀ ਹੈ ਕੌਨਸਨਟ੍ਰੇਸ਼ਨ ਚੇਂਜ ਹੁੰਦੀ ਹੈ, ਕੌਨਸਨਟ੍ਰੇਸ਼ਨ ਕੀ ਹੁੰਦੀ ਹੈ ਚੇਂਜ ਕਿਹਦੇ ਨਾਲ ਟਾਈਮ ਦੇ ਨਾਲ, ਵਿਦ ਟਾਈਮ ਕੌਨਸਨਟ੍ਰੇਸ਼ਨ ਦਾ ਚੇਂਜ ਹੋ ਜਾਣਾ ਟਾਈਮ ਦੇ ਨਾਲ ਡਿਫਰੈਂਟ ਕੈਮੀਕਲ ਸਪੀਸੀਜ਼ 'ਤੇ, ਅਲੱਗ ਅਲੱਗ ਜੋ ਕੈਮੀਕਲ ਸਪੀਸੀਜ਼ ਹੈ ਉਸ 'ਤੇ, ਉਸਦੇ ਬੇਸਿਸ 'ਤੇ। ਕਲੀਅਰ। ਕੈਮੀਕਲ ਸਪੀਸੀਜ਼ 'ਤੇ ਜੋ ਕਿਸ ਦੇ ਵਿੱਚ ਪਾਰਟ ਲੈ ਰਹੇ ਇੱਕ ਕੈਮੀਕਲ ਰਿਐਕਸ਼ਨ ਦੇ ਵਿੱਚ, ਮਤਲਬ ਰਿਐਕਟੈਂਟ ਤੋਂ ਕੀ ਬਣ ਰਿਹਾ ਪ੍ਰੋਡਕਟ ਬਣ ਰਿਹਾ। ਜਦੋਂ ਰਿਐਕਟੈਂਟ ਟੂ ਪ੍ਰੋਡਕਟ ਬਣ ਰਿਹਾ ਤਾਂ ਜਿੰਨਾ ਚੇਂਜ ਆਫ ਕੌਨਸਨਟ੍ਰੇਸ਼ਨ ਹੋ ਰਿਹਾ ਵਿਦ ਰਿਸਪੈਕਟ ਟੂ ਟਾਈਮ ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਰੇਟ ਆਫ ਕੈਮੀਕਲ ਰਿਐਕਸ਼ਨ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਆਪਾਂ ਰੇਟ ਆਫ ਰਿਐਕਸ਼ਨ ਕਹਿ ਦਿੰਦੇ ਹਾਂ। ਠੀਕ ਹੈ ਜੀ। ਦੇਖੋ ਹੁਣ ਅਗਰ ਮੈਂ ਐਗਜ਼ਾਮਪਲ ਲੈ ਲਾਂ ਜਿਵੇਂ ਅਗਰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਜ਼ਰ ਲੱਗ ਗਈ, ਲੋਹੇ ਨੂੰ ਆਇਰਨ ਨੂੰ ਕੀ ਹੈ ਜ਼ਰ ਲੱਗ ਗਈ, ਤਾਂ ਆਪਣੇ ਕੋਲ ਅਗਰ ਆਪਾਂ ਗੱਲ ਕਰੀਏ ਦੇਖੋ ਇਹ ਜੋ ਪ੍ਰੋਸੈਸ ਹੈ ਇਹ ਕੀ ਹੈ ਸਲੋ। ਇਸ ਦੇ ਵਿੱਚ ਜੋ ਕੈਮੀਕਲ ਰਸਟ, ਇੰਗਲਿਸ਼ ਦੇ ਵਿੱਚ ਰਸਟ ਬੋਲਦੇ ਆ, ਕੈਮੀਕਲ ਰਿਐਕਸ਼ਨ ਹੈ ਉਹ ਕੀ ਹੋ ਰਹੀ ਹੈ ਆਪਣੇ ਕੋਲ ਸਲੋ ਹੋ ਰਹੀ ਹੈ। ਹੁਣ ਇੱਕੋ ਦਮ ਆਪਾਂ ਨਿਊ ਚੀਜ਼ ਲੈਂਦੇ ਹਾਂ ਤਾਂ ਉਹ ਕੀ ਹੈ ਇਮੀਡੀਏਟਲੀ ਤਾਂ ਰਸਟ ਲੱਗਦੀ ਨਹੀਂ, ਜ਼ਰ ਲੱਗਦੀ ਨਹੀਂ। ਉਹ ਕੀ ਹੈ ਸਲੋ ਪ੍ਰੋਸੈਸ ਹੈ, ਹੌਲੀ ਹੌਲੀ ਕੀ ਹੈ ਜਦੋਂ ਆਇਰਨ ਵਾਟਰ ਅਤੇ ਆਕਸੀਜਨ ਦੀ
ਕੰਟੈਕਟ ਦੇ ਵਿੱਚ ਆ ਜਾਂਦਾ ਤਾਂ ਕੀ ਫਾਰਮ ਕਰ ਦਿੰਦਾ ਆਪਣੇ ਕੋਲ ਰਸਟ ਫਾਰਮ ਕਰ ਦਿੰਦਾ। ਤਾਂ ਇਹ ਕੀ ਹੋ ਗਈ ਇੱਕ ਸਲੋ ਰਿਐਕਸ਼ਨ ਹੋ ਗਈ। ਤਾਂ ਰੇਟ ਆਫ ਰਿਐਕਸ਼ਨ ਕਿਸ ਤੇ ਡਿਪੈਂਡ ਕਰਦੀ ਹੈ ਕਿ ਕਿੰਨੀ ਕੌਨਸਨਟ੍ਰੇਸ਼ਨ ਦੇ ਵਿੱਚ ਆਪਣੇ ਕੋਲ ਕੋਈ ਵੀ ਚੀਜ਼ ਮਿਲ ਰਹੀ ਹੈ। ਠੀਕ ਹੈ ਜੀ, ਇਹ ਮੈंने ਜਸਟ ਇੱਕ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਿ ਕਿਸ ਤਰ੍ਹਾਂ ਨਾਲ ਕਰਦੀ ਹੈ। ਤਾਂ ਰੇਟ ਕੀ ਹੋਇਆ ਆਪਣੇ ਕੋਲ ਅਗਰ ਮੈਥਮੈਟਿਕਲੀ ਲਿਖੀਏ ਆਪਾਂ, ਰੇਟ ਕਿਸ ਦੇ ਇਕੁਅਲ ਹੋਇਆ ਚੇਂਜ ਇਨ ਕੌਨਸਨਟ੍ਰੇਸ਼ਨ ਵਿਦ ਰਿਸਪੈਕਟ ਟੂ ਟਾਈਮ, ਟਾਈਮ ਦੇ ਵਿਦ ਰਿਸਪੈਕਟ ਟੂ ਕਿੰਨਾ ਕੀ ਹੈ ਕੌਨਸਨਟ੍ਰੇਸ਼ਨ ਦੇ ਵਿੱਚ ਚੇਂਜ ਆ ਰਿਹਾ ਹੈ। ਕਲੀਅਰ। ਦੇਖੋ ਆਪਾਂ ਫੈਕਟਰਸ ਵੀ ਪੜਾਂਗੇ ਕਿ ਕਿਸ ਤਰ੍ਹਾਂ ਨਾਲ ਕਰਨਾ ਹੈ। ਤਾਂ ਚੇਂਜ ਔਨ ਜੋ ਚੇਂਜ ਹੁੰਦੀ ਹੈ ਕੌਨਸਨਟ੍ਰੇਸ਼ਨ ਇਹ ਕਿਸ ਕਿਸ ਤੇ ਡਿਪੈਂਡ ਕਰਦੀ ਹੈ ਵੀ ਅਗਰ ਆਪਾਂ ਗੱਲ ਕਰੀਏ ਰਿਐਕਟੈਂਟ ਮੋਲੀਕਿਊਲਸ ਕਿੰਨੇ ਹੈ ਜਾਂ ਅਗਰ ਆਪਾਂ ਗੱਲ ਕਰੀਏ ਪ੍ਰੋਡਕਟਸ। ਕਲੀਅਰ। ਤਾਂ ਰਿਐਕਟੈਂਟ ਦੇ ਵੀ ਕਰਦੀ ਹੈ ਤੇ ਪ੍ਰੋਡਕਟ ਦੇ ਵੀ ਕਰਦੀ ਹੈ। ਦੇਖੋ ਅਗਰ ਆਪਾਂ ਗੱਲ ਕਰੀਏ ਤਾਂ ਰੇਟ ਆਫ ਰਿਐਕਸ਼ਨ ਕਿਸ ਤਰ੍ਹਾਂ ਨਾਲ ਹੋਗੀ ਕਿ ਡਿਕਰੀਜ਼ ਕਿੰਨੀ ਹੋਈ ਹੈ ਕੌਨਸਨਟ੍ਰੇਸ਼ਨ ਆਫ ਰਿਐਕਟੈਂਟ ਦੀ ਵਿਦ ਰਿਸਪੈਕਟ ਟੂ ਟਾਈਮ, ਜਾਂ ਫਿਰ ਕੀ ਹੋਊਗਾ ਆਪਣੇ ਕੋਲ ਇਨਕਰੀਜ਼ concentration of reactant with respect to time, या तो कंसनट्रेशन जो रिएक्टेंट दी है वो इंक्रीज होएगी टाइम दे विद रिस्पैक्ट टू, या की है जो कंसनट्रेशन है रिएक्टेंट दी वो डिक्रीज होगी किस दे विद रिस्पैक्ट टू टाइम दे विद रिस्पैक्ट टू। ठीक है जी, इन्हां चीज़ों को ध्यान दे विच रखांगे। देखो होर की है अगर आप गल करिए तो ये कोई भी रिएक्शन दे विच आपां मेनली देखना कि कॉन्सनट्रेशन डिक्रीज हो रही है या इनक्रीज हो रही है। तो हुण अगर आप गल करिए नैक्सट इन्हां नूं लिखिया किद्दां जांदा है मैथमेटिकली, तो मैथमेटिकली अगर मैं गल करां, हाँ जी, सब तो पहला देखो डिक्रीज इन कॉन्सनट्रेशन का मतलब क्या माइनस डेल्टा आर किसदी सीगी आर का मतलब क्या रिएक्टेंट, डिक्रीज करके आप नैगेटिव लाता जो आप रिएक्टेंट टू प्रोडक्ट बना रहे हैं, ये चीज़ ध्यान दे विच रखनी है। विद रिस्पैक्ट टू की है टाइम, तो चेंज इन टाइम कितना आ जाएगा अपने को डेल्टा टी आ जाएगा। क्लीयर होया। तो इसनों होर की कह दें रेट ऑफ डिसअपीयरेंस, की कह दें आप रेट ऑफ डिसअपीयरेंस किन्नी की अपने को डिसअपीयरेंस की हुई है रिएक्शन हुई है। हाँ जी, हाँ जी, देखो इस दे विच मैं तुहानूं नैगेटिव की दस्सिया कि जो रेट की है डिक्रीज हो रहा है विद रिस्पैक्ट टू टाइम, मतलब कि डिक्रीज करके अपने को नैगेटिव आया, बट जो ये नैगेटिव है अपने को हमेशा ध्यान दे विच रखना है जो अपने कोल की हुंदी है कंसनट्रेशन है रिएक्टेंट, रिएक्टेंट कभी भी नैगेटिव नहीं हुंदा, रिएक्टेंट कभी भी की है उसका नैगेटिव नहीं हुंदा। इसलिए जिवें हुण एग्जाम्पल लै लैंदे आपां, मान लो अपने को चेंज इन रिएक्टेंट अगर आप गल करिए कॉन्सनट्रेशन ऑफ रिएक्टेंट जो चेंज आ रहा है कितना है अपने को 10 मोल है, वो किस दे विच कन्वर्ट हो गए 5 मोल दे विच। क्लीयर। तो कितना चेंज आऊगा अगर आप निकालना हो 5 माइनस 10 नीचे आप किया विद रिस्पैक्ट टू टाइम रेट ऑफ रिएक्शन अगर निकालिए कितना मर्जी हो सकता है डेल्टा टी लै सकते हो, तो कितना आ जाएगा अपने को -5 आ जाएगा, -5 नाल की आ गया डेल्टा टी, बट ये तो अपने को हो गया -5 आ गया। इसलिए आप की करते हैं बाहर की लगा दें एक नैगेटिव लगा दें जिस नाल की है माइनस माइनस प्लस जो रिएक्शन दे विच चेंज आएगा वह तो जो रेट ऑफ रिएक्टेंट होएगा वह की होएगा एज अ पॉजिटिव होएगा, बट डिक्रीज करके आप की लगा दें अगे की है एक नैगेटिव साइन लगा दें। देखो वैसे तो नॉर्मली टीचर्स की ने आपां नूं डायरैक्ट दसदे है कि डिक्रीज इन रिएक्टेंट विद रिस्पैक्ट टू टाइम, इसलिए नैगेटिव साइन लगाता, बट मैं तुहानूं एक्सप्लेन करने की कोशिश की है कि अपने को रिएक्टेंट नैगेटिव नहीं हुंदा, बस अगे इसलिए उस दे विच डिक्रीज आ रहा घट रहा, इसलिए आप उसके अगे की लगाता माइनस साइन लगाता। क्लीयर होया। ठीक है जी, नैक्सट आप गल करांगे नैक्सट चीज़ की, आई होप तुहानूं ये चीज़ क्लीयर होगी होएगी। नैक्सट देखो अगर आप गल करिए हुण की है रेट ऑफ ओह डिसअपीयरेंस ही अगर मैं लिखना हो रेट ऑफ अपीयरेंस, रेट ऑफ अपीयरेंस लिखना होवे आपां तां किस तरह नाल करांगे इनक्रीज इन कॉन्सनट्रेशन, मैंने तुहानूं पहला डायरैक्ट दस्सिया सी कि किस ते अपने कोल डिपेंड हुंदा है, इनक्रीज इन कॉन्सनट्रेशन ऑफ रिएक्टेंट, रिएक्टेंट आर लिखांगे विद रिस्पैक्ट टू टाइम, कितना टाइम टेकन है, कितना टाइम लिया। ठीक है जी, हुण इस दे विच अगर आप गल करिए तो ये की हो रही है इनक्रीज हो रही है कॉन्सनट्रेशन देखनी है अपने रिएक्टेंट की, तो इसनों भी की लिख सकते हो तुसी
किस तरह नाल लिख सकते हो? देखो अगर आप गल करिए, सॉरी इत्थे प्रोडक्ट कर लो, आई थिंक गलती ना लिख के, हाँ जी इनक्रीज़ किसका होंगे? कॉन्सनट्रेशन ऑफ प्रोडक्ट। आई थिंक मैं पिछे भी रिएक्टेंट पा गई सी, सॉरी इत्थे प्रोडक्ट कर लो क्योंकि कॉन्सनट्रेशन इनक्रीज़ प्रोडक्ट दे विच हुंदी है। हाँ जी, तो इनक्रीज़ इन कॉन्सनट्रेशन ऑफ प्रोडक्ट, इसनों किवें लिखांगे आपां? डेल्टा पी, पी मतलब प्रोडक्ट, बाय डेल्टा टी, चेंज हो रहा है ना, डेल्टा का मतलब की होंगे जो चेंज हो रहा है बाय टी। क्लीयर? देखो हुण यह की अपने कोल पॉजिटिव है, यह की वैल्यू है जो अपने कोल पॉजिटिव है। क्यों पॉजिटिव है? क्योंकि अपने कोल की हो रही है, अपने कोल इनक्रीज़ हो रही है। ठीक है जी, वैल्यू की हो रही है अपने कोल इनक्रीज़ हो रही है। एग्जाम्पल नाल समझते हैं, एग्जाम्पल ले लो। देखो अगर आप गल करिए N2 नाइट्रोजन प्लस 3H2, 3H2 3 हाइड्रोजन की बनाते अपने कोल अमोनीया 2NH3 फॉर्म करते हैं। क्लीयर? ये तो सबनों पता ही है। हुण अगर मैं रेट ऑफ रिएक्शन किसदी लिखनी होवे? नाइट्रोजन दी लिखनी होवे तो किस तरह नाल लिखूंगी? रेट ऑफ रिएक्शन नाइट्रोजन दी लिखनी होवे। नाइट्रोजन किस च अपने कोल? रिएक्टेंट दे विच है, तो यह अपने कोल की बना देगा? देखो की बन जूगा माइनस, रिएक्टेंट है, चेंज इन नाइट्रोजन विद रिस्पैक्ट टू टाइम। क्लीयर होया? नैक्सट अगर मैं रेट ऑफ रिएक्शन हुण अमोनीया दी लिखनी होवे, अमोनीया की अपने कोल प्रोडक्ट, रेट ऑफ रिएक्शन किस दी लिखनी होवे? अमोनीया दी, तो यह की अपने कोल प्रोडक्ट, तो इसकी की लिखांगे? चेंज इन NH3 विद रिस्पैक्ट टू टाइम, डेल्टा टी आ जाएगा। सिमिलरली अगर मैं हाइड्रोजन की लिखनी हो रेट ऑफ रिएक्शन की अपने को रिएक्टेंट है तो अगे की आ जाएगा अपने को नेगेटिव साइन। रेट ऑफ रिएक्शन किसका लिखना हो? हाइड्रोजन का लिखना हो तो अपने को की आ जाएगा अगे नेगेटिव साइन आ जाएगा। चेंज किस हो रहा है? हाइड्रोजन किस दे विद रिस्पैक्ट टू हो रहा है? टाइम दे विद रिस्पैक्ट टू हो रहा है। ठीक है जी, इसनों आप लिख देंगे। आई होप तुहानूं ये क्लीयर हो गया होना। हुण अगर ओवरऑल रिएक्शन नूं दिखना हो, ओवरऑल रिएक्शन नूं लिखना होवे तो किस तरह ना लिखोगे? देखो इस दे विच की है 2 मोल्स अगर मैं N2 दे कर दा, देखो अपने कोल की चल रहा है 2 मोल्स नूं अगर मैं N2 नूं मल्टीप्लाई कर दा तो अपने कोल नेगेटिव जो अपने कोल रेट ऑफ रिएक्शन है इसनों 2 मोल्स ले ला 2 किस दे इक्वल रखदा अगर मैं गल करा अपने कोल NH3 जो अपने कोल की है प्रोडक्ट आया। ठीक है जी, तो अपने कोल किस तरह नाल अगर आप गल करिए वैल्यू आऊगी अपने कोल। देखो मैं की कहना चाहनी है, मैंने तो की करवाया सी डिसअपीयरेंस रिएक्शंस करवाइया सी। अगर मैं नाइट्रोजन की डिसअपीयरेंस रिएक्शन लिख दिया मतलब किस तरह नाल लिखा जाएगा? माइनस डेल्टा क्योंकि रिएक्टेंट दे विच है N2 बाय डेल टी। क्लीयर? चेंज इन टाइम इज़ इक्वल टू किस दे इक्वल है? अमोनीया दे प्रोडक्ट है अपने को NH3 विद रिस्पैक्ट टू टाइम। हुण देखो जिन्ना अगर आप गल करिए, देखो जो अमोनीया हुण बन रहा है ये इस दे विच की है उन्नी दुगनी रेट तो जो नाइट्रोजन है वो की हो रहा है घट रहा है, इसलिए 2 नाल की होगी मल्टीप्लाई। जिन्नी रेट ते अपने कोल अमोनीया फॉर्म हो रहा है उन्नी ही रेट ते उन्ना दुगना मतलब डबल रेट ते की हो रहा है जो नाइट्रोजन है घट रहा है। हुण अगर मैं ये 2 नूं की दूसरी साइड लेके जाना चाहवां तो अपने कोल की बन जूगा? डेल्टा N2 बाय डेल टी इस तरह नाल इज़ इक्वल टू -1/2 चेंज इन अमोनीया NH3 विद रिस्पैक्ट टू टाइम डेल टी। यह की हो गया? फॉर्म हो गया। हाँ जी, क्लीयर होया? तुसी इस वे दे नाल भी की कर सकते हो, शो कर सकते हो। मतलब अगर मैं तुहानूं सिंपली दसना चाहवां कि ए ते बी कोई रिएक्शनस हुई रिएक्टेंट ने तो की फॉर्म करता? सी करता, तो अपने को रेट ऑफ रिएक्शन कितना हो जाएगा? अगर मैं ए दी लिखना चाहवां माइनस डेल ए बाय डेल टी, बी दी लिखनी चाहवां माइनस डेल बी बाय डेल टी। क्लीयर? हुण देखो जो अपने कोल सी की है प्रोडक्ट है यह की बन जूगा? डेल सी बाय डेल टी बन जूगा। क्लीयर? क्योंकि यह की है प्रोडक्ट दे विच है तो इसकी वैल्यू की होंदी है अपने कोल? पॉजिटिव होंदी है। क्लीयर होया? आई होप तुहानूं क्लीयर हो चुके। तो नैक्सट अगर आप गल करिए इसनों की आप 2 तो ज़्यादा रिएक्टेंट प्रोडक्ट नाल भी लिख सकते हैं। हुण अगर मैं इदा लिखा ए दी ए नाल, ए अपने कोल की अगे कोफिशिएंट है किसदा? ए दा, मतलब
ਬੀ ਦੀ ਸਮੋਲ ਬੀ ਨਾਲ, ਰਿਐਕਟੈਂਟ ਚੇਂਜ ਹੋ ਕੇ ਪ੍ਰੋਡਕਟ ਕੀ ਬਣ ਰਿਹਾ ਸੀ ਤੇ ਡੀ। ਅੱਗੇ ਨੂਮੈਰੀਕਲ ਵੈਲਿਊਜ਼ ਜਿਵੇਂ ਕੋਫੀਸ਼ੀਐਂਟ ਹੁੰਦੇ ਆ, ਤਾਂ ਇਹਨਾਂ ਦਾ ਰੇਟ ਆਫ ਰਿਐਕਸ਼ਨਸ ਕਿਵੇਂ ਲਿਖਾਂਗੇ ਆਪਾਂ, ਤਾਂ ਦੇਖੋ ਕਿਸ ਤਰ੍ਹਾਂ ਨਾਲ, ਜੋ ਰੇਟ ਆਫ ਰਿਐਕਸ਼ਨ ਫਸਟ ਦੀ ਆਏਗੀ ਕਿੰਨੀ ਆਏਗੀ, ਇਸ ਦੀ ਆਪਣੇ ਕੋਲ -1/a ਨੈਗੇਟਿਵ ਸਾਈਨ ਰਿਐਕਟੈਂਟ ਦਾ ਹੁੰਦਾ, ਇਹ ਕੀ ਚਲਾ ਜਾਂਦਾ ਆਪਣੇ ਕੋਲ ਜੋ ਕੋਫੀਸ਼ੀਐਂਟ ਹੁੰਦਾ ਡਿਵਾਈਡ ਦੇ ਵਿੱਚ ਚੇਂਜ ਇਨ a ਵਿਦ ਰਿਸਪੈਕਟ ਟੂ ਟਾਈਮ t। ਸਿਮਿਲਰਲੀ ਅਗਰ ਮੈਂ b ਨੂੰ ਇਕੁਅਲ 'ਚ ਲਿਖਾਂ -1/b ਚੇਂਜ ਇਨ b ਵਿਦ ਰਿਸਪੈਕਟ ਟੂ ਟਾਈਮ t। ਸਿਮਿਲਰਲੀ ਅਗਰ ਮੈਂ ਗੱਲ ਕਰਾਂ 1/c, ਦੇਖੋ c ਪ੍ਰੋਡਕਟ ਦੇ ਵਿੱਚ ਹੈ ਤਾਂ ਇਹ ਪੋਜ਼ਿਟਿਵ ਆਉਣਗੀਆਂ, ਡੈਲ c ਬਾਈ ਡੈਲ ਟੀ। ਸਿਮਿਲਰਲੀ ਆਪਣੇ ਕੋਲ ਕੀ ਹੈ, ਆਪਣੇ ਕੋਲ ਡੀ ਵੀ ਪ੍ਰੋਡਕਟ ਦੇ ਵਿੱਚ ਫਾਰਮ ਹੋ ਰਿਹਾ, ਉਸ ਦਾ ਰੇਟ ਆਫ ਰਿਐਕਸ਼ਨ ਕਿਸ ਤਰ੍ਹਾਂ ਨਾਲ ਲਿਖਾਂਗੇ ਆਪਾਂ, ਡੈਲਟਾ ਡੀ ਚੇਂਜ ਇਨ ਡੀ ਵਿਦ ਰਿਸਪੈਕਟ ਟੂ ਟਾਈਮ ਟੀ। ਇਹ ਕੀ ਹੋ ਗਿਆ ਆਪਣੇ ਕੋਲ ਰੇਟ ਆਫ ਰਿਐਕਸ਼ਨਸ ਹੋ ਗਈਆਂ ਕਿਸ ਦੀਆਂ, ਜੋ ਆਪਣੇ ਕੋਲ ਕੀ ਹੈ ਇੱਕ ਰਿਐਕਸ਼ਨ ਗਿਵਨ ਹੈ ਤਾਂ ਇਹਨਾਂ ਦੀ ਰੇਟ ਆਫ ਰਿਐਕਸ਼ਨ ਇਸ ਤਰ੍ਹਾਂ ਨਾਲ ਲਿਖਣੀ ਹੈ। ਠੀਕ ਹੈ ਜੀ, ਇਹ ਤੁਹਾਨੂੰ ਕੀ ਹੈ ਕਲੀਅਰ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਨਾਲ ਬਣਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਇਸ ਤੋਂ ਇਲਾਵਾ ਅੱਗੇ ਚੱਲੀਏ, ਨੈਕਸਟ ਹੈ ਫੈਕਟਰਸ ਅਫੈਕਟਿੰਗ ਰਿਐਕਸ਼ਨ ਰੇਟ। ਫੈਕਟਰਸ ਅਫੈਕਟਿੰਗ ਜੋ ਅਫੈਕਟ ਕਰਦੇ ਹੈ ਕਿਸ ਨੂੰ, ਰਿਐਕਸ਼ਨ ਰੇਟਸ ਨੂੰ, ਰੇਟ ਆਫ ਰਿਐਕਸ਼ਨਸ ਨੂੰ ਜੋ ਅਫੈਕਟ ਕਰਦੇ ਹੈ। ਫਸਟ ਕੀ ਹੈ ਆਪਣੇ ਕੋਲ, ਫਸਟ ਅਗਰ ਆਪਾਂ ਗੱਲ ਕਰੀਏ ਕੌਨਸਨਟ੍ਰੇਸ਼ਨ ਹੈ ਰਿਐਕਟੈਂਟ ਦੀ, ਕੌਨਸਨਟ੍ਰੇਸ਼ਨ ਆਫ ਰਿਐਕਟੈਂਟਸ। ਸੈਕਿੰਡ ਕੀ ਹੈ ਅਗਰ ਆਪਾਂ ਗੱਲ ਕਰੀਏ ਹੋਰ ਕਿਸ ਤੇ ਫੈਕਟਰਸ ਕਿਸ ਤੇ ਇਫੈਕਟ ਕਰਦੇ ਆ, ਟੈਂਪਰੇਚਰ ਤੇ। ਥਰਡ ਅਗਰ ਆਪਾਂ ਗੱਲ ਕਰੀਏ ਨੇਚਰ ਆਫ ਰਿਐਕਟੈਂਟ ਐਂਡ ਪ੍ਰੋਡਕਟ ਤੇ, ਨੇਚਰ ਆਫ ਰਿਐਕਟੈਂਟ ਐਂਡ ਪ੍ਰੋਡਕਟ, ਨੇਚਰ ਆਫ ਰਿਐਕਟੈਂਟ ਐਂਡ ਪ੍ਰੋਡਕਟ। ਇਹ ਤਿੰਨ ਆਪਣੇ ਕੋਲ ਕੀ ਹੈ ਫੈਕਟਰਸ ਜੋ ਅਫੈਕਟ ਕੀਤੇ ਜਾਂਦੇ ਆ, ਜੋ ਆਪਣੇ ਕੋਲ ਰਿਐਕਸ਼ਨ ਰੇਟ ਹੁੰਦੀ ਹੈ, ਕੌਨਸਨਟ੍ਰੇਸ਼ਨ ਰਿਐਕਟੈਂਟ ਦੀ, ਟੈਂਪਰੇਚਰ ਕਿੰਨਾ ਆਪਣੇ ਕੋਲ ਐਂਡ ਨੇਚਰ ਕਿੱਦਾਂ ਦਾ ਜੋ ਰਿਐਕਟੈਂਟ ਐਂਡ ਪ੍ਰੋਡਕਟਸ ਕੀ ਹੋ ਰਹੇ ਨੇ, ਫਾਰਮ ਹੋ ਰਹੇ ਆ। ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਫਸਟ ਆਪਣੇ ਕੋਲ ਕੀ ਸੀ, ਕੌਨਸਨਟ੍ਰੇਸ਼ਨ ਆਫ ਰਿਐਕਟੈਂਟਸ, ਕੌਨਸਨਟ੍ਰੇਸ਼ਨ ਆਫ ਰਿਐਕਟੈਂਟ ਦੀ ਗੱਲ ਕਰਾਂਗੇ। ਦੇਖੋ ਰੇਟ ਆਫ ਰਿਐਕਸ਼ਨ ਹੈ, ਜੋ ਰੇਟ ਆਫ ਰਿਐਕਸ਼ਨ ਮੈਂ ਇਸ ਤਰ੍ਹਾਂ ਨਾਲ ਸ਼ਾਰਟ 'ਚ ਪਾਉਂਗੀ, ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੇ ਆ ਕੌਨਸਨਟ੍ਰੇਸ਼ਨ ਦੇ। ਕਿਸ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੇ ਆਪਣੇ ਕੋਲ, ਕੌਨਸਨਟ੍ਰੇਸ਼ਨ ਦੇ। ਮੀਨਸ ਕਿੰਨਾ ਕੌਨਸਨਟ੍ਰੇਸ਼ਨ ਦੇ ਵਿੱਚ ਚੇਂਜ ਆ ਰਿਹਾ, ਜਿੰਨੇ ਹੀ ਆਪਣੇ ਕੋਲ ਰੇਟ ਆਫ ਰਿਐਕਸ਼ਨ ਇਨਕਰੀਜ਼ ਕਰੂਗੀ, ਇਹਦਾ ਮਤਲਬ ਕੀ ਹੈ ਕੌਨਸਨਟ੍ਰੇਸ਼ਨ ਵੀ ਕੀ ਹੋ ਰਹੀ ਹੈ, ਇਨਕਰੀਜ਼ ਹੋ ਰਹੀ ਹੈ। ਕਲੀਅਰ ਹੈ ਜੀ। ਅਗਰ ਆਪਣੇ ਕੋਲ ਰੇਟ ਆਫ ਰਿਐਕਸ਼ਨ ਅਗਰ ਆਪਾਂ ਗੱਲ ਕਰੀਏ, ਅਗਰ ਕੌਨਸਨਟ੍ਰੇਸ਼ਨ ਘਟ ਰਹੀ ਹੈ ਤਾਂ ਰੇਟ ਆਫ ਰਿਐਕਸ਼ਨ ਵੀ ਕੀ ਕਰੂਗੀ, ਡਿਕਰੀਜ਼ ਕਰੂਗੀ। ਠੀਕ ਹੈ ਜੀ, ਇਸ ਵੇ ਦੇ ਨਾਲ ਕੀ ਕਰਦੇ ਨੇ, ਇਹ ਇਫੈਕਟ ਕਰਦੇ ਆ। ਰੇਟ ਆਫ ਰਿਐਕਸ਼ਨ ਡਾਇਰੈਕਟਲੀ ਪ੍ਰਪੋਰਸ਼ਨਲ ਕਿਸ ਦੇ ਆਪਣੇ ਕੋਲ, ਕੌਨਸਨਟ੍ਰੇਸ਼ਨ ਦੇ। ਹਾਂਜੀ ਦੇਖੋ ਇਹ ਕਿਸ ਤਰ੍ਹਾਂ ਨਾਲ, ਅਗਰ ਮੈਂ ਐਗਜ਼ਾਮਪਲ ਦੀ ਗੱਲ ਕਰਾਂ ਤਾਂ ਦੇਖੋ ਅਗਰ ਪਾਰਟੀਕਲਸ ਜ਼ਿਆਦਾ ਹੈ ਆਪਣੇ ਕੋਲ, ਮੰਨ ਲਓ ਜ਼ਿਆਦਾ ਪਾਰਟੀਕਲਸ ਹੈ ਤਾਂ ਇਹਨਾਂ ਦੇ ਵਿੱਚ ਕੋਲੀਜ਼ਨ ਜ਼ਿਆਦਾ ਹੋਏਗੀ, ਕੋਲੀਜ਼ਨ ਕੀ ਹੋਊਗੀ, ਜ਼ਿਆਦਾ ਹੋਗੀ। ਅਗਰ ਰੈਂਡਮ ਪਾਰਟੀਕਲਸ ਹੋਣਗੇ, ਦੂਰ ਪਾਰਟੀਕਲਸ ਹੋਣਗੇ ਤਾਂ ਕੋਲੀਜ਼ਨਸ ਵੀ ਕੀ ਹੋਊਗੀ, ਘਟ ਜਾਏਗੀ, ਕੋਲੀਜ਼ਨ ਵੀ ਕੀ ਹੋਣਗੀਆਂ, ਘਟ ਜਾਣਗੀਆਂ। ਤਾਂ ਇਸ ਦਾ ਮਤਲਬ ਕੀ ਹੈ, ਦੇਖੋ ਅਗਰ ਹੁਣ ਆਪਾਂ ਗੱਲ ਕਰੀਏ ਰੋਡਸ 'ਤੇ, ਅਗਰ ਆਪਾਂ ਗੱਲ ਕਰੀਏ ਰੋਡਸ ਦੇ ਉੱਪਰ ਦੇਖੋ ਅਗਰ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਅਤੇ ਸਪੀਡ ਵੀ ਜ਼ਿਆਦਾ ਹੈ, ਟ੍ਰੈਫਿਕ ਬਹੁਤ ਜ਼ਿਆਦਾ ਹੈ ਤਾਂ ਐਕਸੀਡੈਂਟਸ ਵੀ ਜ਼ਿਆਦਾ ਹੁੰਦੇ ਹੈ। ਅਗਰ ਕੀ ਹੈ ਟ੍ਰੈਫਿਕ ਨਹੀਂ ਹੈ, ਮਤਲਬ ਇੱਕ ਅੱਧੀ ਅਗਰ ਕਾਰ ਚੱਲ ਰਹੀ ਹੈ, ਸਿੰਗਲ ਕਾਰ ਚੱਲ ਰਹੀ ਹੈ ਤਾਂ ਐਕਸੀਡੈਂਟਸ ਵੀ ਘੱਟ ਹੁੰਦੇ ਹੈ। ਸਿਮਿਲਰ ਤਰ੍ਹਾਂ ਅਗਰ ਆਪਾਂ ਗੱਲ ਕਰੀਏ, ਅਗਰ ਤਾਂ ਆਪਣੇ ਕੋਲ ਕੌਨਸਨਟ੍ਰੇਸ਼ਨ ਜ਼ਿਆਦਾ ਹੈ ਤਾਂ ਰੇਟ ਆਫ ਰਿਐਕਸ਼ਨ ਵੀ ਕੀ ਹੋਏਗੀ, ਜ਼ਿਆਦਾ। ਅਗਰ ਕੌਨਸਨਟ੍ਰੇਸ਼ਨ ਘੱਟ ਹੈ ਤਾਂ ਆਪਣੇ ਕੋਲ ਰੇਟ ਆਫ ਰਿਐਕਸ਼ਨ ਵੀ ਕੀ ਹੋਏਗੀ, ਘੱਟ ਹੋਏਗੀ। ਇਸ ਤਰ੍ਹਾਂ ਨਾਲ ਕੀ ਕੀਤੇ ਜਾਂਦੇ ਨੇ, ਆਪਸ ਦੇ ਵਿੱਚ ਲਿੰਕ ਕੀਤੇ ਜਾਂਦੇ ਆ। ਸੈਕਿੰਡ ਆਪਾਂ ਗੱਲ ਕਰਾਂਗੇ, ਸੈਕਿੰਡ ਹੈ ਟੈਂਪਰੇਚਰ। ਸੈਕਿੰਡ ਵਨ ਇਜ਼ ਟੈਂਪਰੇਚਰ ਆਫ ਦ ਸਿਸਟਮ। ਕਿਸ 'ਤੇ ਇਫੈਕਟ ਕਰਦੇ ਆ, ਟੈਂਪਰੇਚਰ 'ਤੇ। ਦੇਖੋ ਰੇਟ ਆਫ ਰਿਐਕਸ਼ਨ ਟੈਂਪਰੇਚਰ 'ਤੇ ਕਿੱਦਾਂ ਇਫੈਕਟ ਕਰਦੀ ਹੈ, ਕਿਸ ਤਰ੍ਹਾਂ ਨਾਲ ਕੀ ਹੈ ਚੇਂਜ ਹੁੰਦੀ ਹੈ।
सब तो पहला अगर जनरल दे विच गल करा, जे टैंपरेचर की हुंदा इनक्रीज़, अगर आप सिंपली जनरल देखिए, अगर टैंपरेचर इनक्रीज़ हुंदा तो अपने कोल जो रेट ऑफ रिएक्शन है वो भी की हो जाती है, इनक्रीज़ होंदी है। इन जनरल वे दे विच गल कर रहे हैं तो रेट ऑफ रिएक्शन आलमोस्ट जिन्ने भी कैमिकल रिएक्शनस हैं उन्हां दी की हो जाती है, इनक्रीज़ हो जाती है जिमें जिमें आपां की करते हैं टैंपरेचर नू इनक्रीज़ करते हैं। देखो ये किस तरह नाल है, जो टैंपरेचर है वो रेट ऑफ रिएक्शन ते अफेक्ट पांदा है। मोस्ट ऑफ द कैमिकल जिन्नियां भी रिएक्शनस हुंदियां ने, मोस्ट ऑफ द कैमिकल रिएक्शन ते अफेक्ट पांदा है टैंपरेचर। किस तरह नाल इफेक्ट पांदा है, जिस तरह नाल आपां टैंपरेचर नू चेंज च लिआने रेट ऑफ रिएक्शन भी की हो जाती है, चेंज हो जाती है। क्लियर। देखो कई बार की है आलमोस्ट रेट ऑफ रिएक्शन की हो जाती है, डबल हो जाती है अब अगर आपां की करदे हैं टैंपरेचर नू इनक्रीज़ कर दिंदे हैं काफ़ी हद तक। क्लियर। देखो अगर आप नॉर्मल एग्जाम्पल लईए, किसी भी चीज़ नू जदों आप हीटअप कर दिंदे हैं, वाटर लगा लो, कोई भी चीज़ है जदों उहनूं आपां हीटअप करदे हां तां उहदे विच जो पार्टिकल्स हैं वो फास्टली मूव करन लग जांदे हैं। पार्टिकल्स की है एक तेज़ स्पीड दे विच की करन लग जांदे हैं, मूव करन लग जांदे हैं, उन्हां दे विच कोलिजन्स होण लग जांदियां ने। इसदा मतलब की है, जदों भी आपां किसी चीज़ दा टैंपरेचर नू इनक्रीज़ करदे हां तां अपने कोल की है रेट ऑफ रिएक्शन भी की हो जाती है, इनक्रीज़ हो जाती है। अपने कोल रेट ऑफ रिएक्शन उस चीज़ ते की करती है, डिपेंड करती है। ठीक है जी, टैंपरेचर ते। नैक्सट अगर आपां गल करिए, नैक्सट अगर आपां जो थर्ड अपने कोल फैक्टर सीगा वो की सी, नेचर, नेचर ऑफ रिएक्टेंट एंड प्रोडक्ट, नेचर ऑफ, दोबारा लिखते हैं जस्ट अ सेकेंड, नेचर ऑफ रिएक्टेंट एंड प्रोडक्ट। देखो जो अपने को रेट ऑफ रिएक्शन है, जो आप कैमिकल रिएक्शन करवाने हैं उस दे विच वो किस ते इफेक्ट करती है, किस वे दे नाल इफेक्ट करती है कि अपने कोल की है, किस तरह का नेचर है जो आप रिएक्टेंट लै रहे हैं या फिर आप की लै रहे हैं प्रोडक्ट बन रहे अपने कोल। यह की अगर आप गल करिए, जो रिएक्शन है किसी भी सबसटेंस की, देखो ये तो कॉमन जी चीज़ है, उस चीज़ ते डिपेंड करो। मीनस देखो अगर या तो रिएक्शन की हो रही है अपने कोल, अगर फास्ट हो रही है या अपने कोल स्लो हो रही है, ये किस चीज़ पे डिपेंड करता है कि अपने कोल रिएक्टेंट किस तरह का डिपेंड करेगा ना। उस वे दे नाल कि अपने कोल प्रोडक्ट फॉर्म होएगा। मतलब अगर जिस तरह का अपने कोल रिएक्टेंट का नेचर होएगा उस तरह की रिएक्शन होएगी, फास्ट होएगी, स्लो होएगी, तो ये किस ते डिपेंड करे, जिस तरह का अपने कोल की है रिएक्टेंट प्रेजेंट है उस तरह नाल की होगा प्रोडक्ट भी फॉर्म होगा। क्लियर। नैक्सट अगर आप नैक्सट इफेक्ट की गल करिए, नैक्सट जो फैक्टर है जो अफेक्ट करता है फोर्थ, वो है कैटालिस्ट की प्रेजेंस होना, प्रेजेंस ऑफ कैटालिस्ट। देखो जो कैटालिस्ट है, कैटालिस्ट का मेन काम की होंदा है, स्पीड नू चेंज करना, स्पीड नू की है, रेट नू की करना, इफेक्ट पाना ना। तो अगर आप गल करिए कैटालिस्ट खुद विच इनवॉल्व नहीं होंदा, मीनस रिएक्शन दे विच घट वध कुछ भी नहीं करता अपना, मतलब इसका कोई रोल नहीं होंदा। या तो ये स्पीड नू की है वधा दिंदा है या स्पीड्स नू की कर दिंदा है, घटा दिंदा है। अपना कोई भी कैमिकल चेंज नहीं लेके आंदा इटसैल्फ दे विच, कोई भी कैमिकल चेंज नहीं लेके आंदा, सिर्फ रिएक्शन या घट जूगी, मतलब वो जो स्पीड है घट जूगी या स्पीड की हो जूगी वध जूगी। मेनली अगर ज़्यादातर अगर आप गल करिए जिन्ने भी अपने कोल की होंदे कैटालिस्ट होंदे आ, ओह की करते हैं इनक्रीज़ करवाते हैं रेट ऑफ रिएक्शन नू। कैटालिस्ट की होंदे इनक्रीज़ करवाते हैं रेट ऑफ रिएक्शनस नू। ठीक है जी, ये चीज़ तुसी ध्यान दे विच रखनी है। नैक्सट अगर आप गल करिए सरफेस एरिया, फिफ्थ अपने को जो प्रॉपर्टी है वो की है अपने को फैक्टर है, प्रॉपर्टी नहीं कहेगी सॉरी, फैक्टर है वो की अपने को सरफेस एरिया। देखो जिन्ना ज़्यादा लार्जर सरफेस एरिया होएगा अपने को किसी भी चीज़ का, उन्नी फास्ट की होएगी रिएक्शन होएगी, उन्नी फास्ट की होएगी अपने को रिएक्शन हो जाएगी। देखो हुण अगर आप गल करिए, ये तो नॉर्मल जी चीज़ है, अगर मान लो वाटर इत्थे स्प्रैड हो गया इन एरिया दे विच, ठीक है, वाटर है, उपरों सनलाइट पै रही है,
ਸਰਫੇਸ ਏਰੀਆ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਇਹ ਇਵੈਪੋਰੇਟ ਜਲਦੀ ਹੋਏਗਾ, ਜਾਂ ਫਿਰ ਆ ਜੋ ਬਕੇਟ ਦੇ ਵਿੱਚ ਪਾਣੀ ਹੈ ਇਹ ਕੀ ਹੈ, ਇਹ ਵੀ ਸਨ ਦੀ ਰੇਜ਼ ਦੇ ਵਿੱਚ ਹੈ, ਇਹ ਇਵੈਪੋਰੇਟ ਜਲਦੀ ਹੋਏਗਾ। ਜੋ ਪਾਣੀ ਕੀ ਹੈ ਆਪਣੇ ਕੋਲ ਓਪਨਲੀ ਜ਼ਿਆਦਾ ਸਪਰੈਡ ਹੈ, ਜ਼ਿਆਦਾ ਖੁੱਲੇ ਦੇ ਵਿੱਚ ਹੈ, ਮੀਨਸ ਆ ਜੋ ਉੱਪਰ ਵਾਲਾ ਪਾਣੀ ਸੀ ਉਹ ਕੀ ਹੋਏਗਾ, ਜ਼ਿਆਦਾ ਜਲਦੀ ਇਵੈਪੋਰੇਟ ਹੋਏਗਾ ਕਿਉਂਕਿ ਸਰਫੇਸ ਏਰੀਆ ਜ਼ਿਆਦਾ ਹੈ। ਸਿਮਿਲਰਲੀ ਜਿਸ ਦਾ ਸਰਫੇਸ ਏਰੀਆ ਜ਼ਿਆਦਾ ਹੁੰਦਾ ਹੈ ਉਸ ਦੀ ਜੋ ਰਿਐਕਸ਼ਨ ਹੁੰਦੀ ਹੈ ਉਹ ਵੀ ਕੀ ਹੁੰਦੀ ਹੈ, ਫਾਸਟ ਹੁੰਦੀ ਹੈ। ਕਲੀਅਰ ਹੋਇਆ ਜੀ? ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ। ਜਿੰਨਾ ਜ਼ਿਆਦਾ ਸਰਫੇਸ ਏਰੀਆ ਓਨੀ ਜਲਦੀ ਕੀ ਹੋਗੀ, ਰੇਟ ਆਫ ਰਿਐਕਸ਼ਨ। ਕਲੀਅਰ? ਕੱਲ ਨੈਕਸਟ ਟੋਪਿਕ ਕਰਾਂਗੇ। ਹਾਂਜੀ ਅੱਜ ਲਈ ਇੰਨਾ ਹੀ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਈ ਤਾਂ ਫੀਡਬੈਕ ਜ਼ਰੂਰ ਦਈਓ। ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਜਿਨ੍ਹਾਂ ਕੋਲ ਕੰਟੈਂਟ ਨਹੀਂ ਹੈ ਉਹਨਾਂ ਨੂੰ ਵੀ ਕੰਟੈਂਟ ਮਿਲ ਜੂਗਾ ਬਿਲਕੁਲ ਫ੍ਰੀ ਆਫ ਕੋਸਟ। ਆਪਾਂ ਪੂਰਾ ਕੋਰਸ ਕਰ ਰਹੇ ਹਾਂ ਤਾਂ ਸ਼ੇਅਰ ਕਰਿਆ ਕਰੋ ਮੈਕਸਿਮਮ, ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ। ਅਗਰ ਤੁਸੀਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਨਹੀਂ ਕੀਤਾ ਤਾਂ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਲਓ, ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪ੍ਰੋਵਾਈਡ ਕਰ ਦੂੰਗੀ। ਹਾਂਜੀ, ਅਤੇ ਕੋਈ ਡਾਊਟ ਹੁੰਦਾ ਤਾਂ ਕਦੋਂ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਡਾਊਟ ਆਪਣਾ ਪਾ ਕੇ ਕਲੀਅਰ ਕਰ ਸਕਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ।